ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਲੋਕ ਪਰਲੋਕ ਦੇ ਰੱਖਿਅਕ, ਗੁਰਤਾ ਗੱਦੀ ਤੇ ਸੁਭਾਏਮਾਨ ਅਕਾਲ ਸਰੂਪ ਬਾਣੀ ਸਰੂਪ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਆਪ ਜੀ ਸਾਲਾਨਾ ਇਸ ਵਿਸ਼ੇਸ਼ ਜੋ ਅਦੁੱਤੀ ਹੈ, ਸਾਡੇ ਪੂਜਨੀਕ ਸਤਿਕਾਰਯੋਗ ਮਹਾਂਪੁਰਸ਼ ਗੁਰਪੁਰਬ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ, ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ, ਜਿਨ੍ਹਾਂ ਨੂੰ ਪੰਥ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਪਾਧੀ ਪ੍ਰਾਪਤ ਹੋਈ ਹੈ। ਇਹਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ, ਇਹਨਾਂ ਸਾਰੇ ਗੁਰਪੁਰਬਾਂ ਨੂੰ ਸਮਰਪਿਤ ਸਤਿਗੁਰਾਂ ਦੀ ਕਿਰਪਾ ਸਦਕਾ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਦੀ ਅਗਵਾਈ ਵਿੱਚ, ਦੇਖ ਰੇਖ ਵਿੱਚ ਆਪ ਜੀ ਗੁਰਮਤਿ ਸੰਗੀਤ ਵਿੱਚ ਗੁਰਬਾਣੀ ਕੀਰਤਨ ਦੁਆਰਾ ਜੀਵਨ ਸਫਲ ਕਰ ਰਹੇ ਹੋ। ਰਾਗ ਅਤੇ ਸਿੱਖਿਆ, ਇਹ ਸ਼ਬਦ ਦੇ ਦੋ ਰੂਪ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਗੁਰਬਾਣੀ ਦੇ ਦੋ ਰੂਪ ਹਨ, ਰਾਗ ਅਤੇ ਸਿੱਖਿਆ। ਰਾਗ ਦੀ ਕੋਈ ਟਰਾਂਸਲੇਸ਼ਨ ਨਹੀਂ ਹੁੰਦੀ, ਕੋਈ ਵਿਆਖਿਆ ਨਹੀਂ ਹੁੰਦੀ, ਉਹ ਨਾਦ ਹੈ, ਉਹਦਾ ਇੱਕ ਸਰੂਪ ਹੁੰਦਾ, ਸਿਰਫ ਵਜੂਦ ਹੁੰਦਾ ਹੈ। ਪਰ ਗੁਰਬਾਣੀ ਦੇ ਵਿੱਚ ਨਾਲ ਨਾਲ ਸਿੱਖਿਆ ਵੀ ਹੈ। ਜਪਜੀ ਸਾਹਿਬ ਵਿੱਚ ਆਪ ਜੀ ਪੜ੍ਹਦੇ ਹੋ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰੂ ਦੇ ਅੰਦਰ, ਗੁਰਬਾਣੀ ਦੇ ਅੰਦਰ ਨਾਦ ਵੀ ਹੈ ਤੇ ਵੇਦ ਦਾ ਅਰਥ ਹੈ ਵਿਦ, ਸਿੱਖਿਆ। ਸਿੱਖਿਆ ਵੀ ਹੈ, ਸਮਝਾਇਆ ਵੀ ਗਿਆ ਹੈ ਜੀਵਨ ਦੇ ਸੰਬੰਧ ਵਿੱਚ ਕਿ ਜੀਵਨ ਕਿਵੇਂ ਦਾ ਜਿਉਣਾ ਹੈ। ਇਹ ਇੱਕ ਬੌਧਿਕ ਕਲਾ ਹੈ ਜਿਹੜੀ ਸਿੱਖਿਆ ਹੈ, ਬੁੱਧੀ ਨਾਲ ਸੰਬੰਧ ਰੱਖਦੀ ਹੈ, ਮਨ ਨਾਲ ਸੰਬੰਧ ਰੱਖਦੀ ਹੈ, ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੀ ਹੈ। ਕਿਉਂਕਿ ਮਨੁੱਖ ਦੀ ਜ਼ਿੰਦਗੀ ਦਾ ਜਿਹੜਾ ਇੱਥੇ ਜਿਉਣ ਦਾ ਮਾਤ ਲੋਕ ਵਿੱਚ ਆਧਾਰ ਹੈ, ਉਹ ਬੌਧਿਕ ਵਿਕਾਸ ਹੈ। ਬੁੱਧੀ ਦੇ ਤਲ 'ਤੇ ਮਨੁੱਖ ਜਿਉਂਦਾ, ਇਸ ਕਰਕੇ ਇਹਨੂੰ ਸਿੱਖਿਆ ਵੀ ਚਾਹੀਦੀ ਹੈ। ਗੁਰਬਾਣੀ ਦੇ ਵਿੱਚ ਸਿੱਖਿਆ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਕੀ ਸਿੱਖੀ ਪ੍ਰਾਪਤ ਕਰਕੇ, ਸਿੱਖਿਆ ਪ੍ਰਾਪਤ ਕਰਕੇ, ਗੁਰੂ ਕੀ ਵਿਚਾਰ ਦੁਆਰਾ ਆਪਣੇ ਵਿਚਾਰ ਨੂੰ ਖਤਮ ਕਰਨਾ। ਇੱਥੇ ਗੁਰ ਵਿਚਾਰ ਦਾ ਅਰਥ ਇਹ ਹੈ ਕਿ ਇੱਕ ਵਿਚਾਰ ਦੇ ਉੱਤੇ ਜ਼ਿੰਦਗੀ ਨੂੰ ਪਰਪੱਕ ਕਰਕੇ, ਇੱਕ ਮਤ ਦੇ ਉੱਤੇ ਜ਼ਿੰਦਗੀ ਨੂੰ ਖੜਾ ਕਰਕੇ ਬਾਕੀ ਦੇ ਵਿਚਾਰਾਂ ਨੂੰ ਖਤਮ ਕਰ ਦੇਣਾ ਹੈ। ਜਿਵੇਂ ਅਹਿਰਣ ਮਤ ਵੇਦ ਹਥਿਆਰ, ਮਤ ਨੂੰ ਅਹਿਰਣ ਵਰਗਾ ਕਰਨ ਵਾਸਤੇ ਇਹ ਉਪਰਾਲਾ ਹੁੰਦਾ ਹੈ। ਅਹਿਰਣ ਲੋਹੇ ਦਾ ਇੱਕ ਟੁਕੜਾ ਹੁੰਦਾ ਜਿਹਦੇ ਉੱਤੇ ਕਈ ਸੱਟਾਂ ਵੱਜਣ, ਪਰ ਉਹ ਆਪਣਾ ਥਾਂ ਨਹੀਂ ਛੱਡਦੀ, ਇੱਕੋ ਥਾਂ 'ਤੇ ਗੱਡੀ ਰਹਿੰਦੀ। ਜਦੋਂ ਗੁਰੂ ਕੇ ਵਿਚਾਰ ਜਿਹੜੇ ਹਨ, ਸਿੱਖੀ ਸਿੱਖਿਆ ਗੁਰ ਵਿਚਾਰ, ਉਹਦੇ ਦੁਆਰਾ ਸਾਰੇ ਵਿਚਾਰ, ਕਿਉਂਕਿ ਲੋਹੇ ਨੂੰ ਲੋਹਾ ਹੀ ਕੱਟਦਾ ਹੈ। ਬਾਬਾ ਜੀ ਇਹ ਬਚਨ ਕਰਦੇ, ਉਹਨਾਂ ਦੇ ਬਚਨ ਵੀ ਨੇ, ਸਾਧ ਕੇ ਬਚਨ ਪੋਥੀ ਵੀ ਹੈ ਮੇਰੇ ਖਿਆਲ ਵਿੱਚ, ਸਟਾਲ ਲੱਗਾ ਹੋਵੇਗਾ। ਉਹ ਬਚਨਾਂ ਦੇ ਵੀ ਨਿਚੋੜ ਹੁੰਦਾ ਸੀ ਕਿ ਸੂਈ ਨੂੰ, ਕੰਡੇ ਨੂੰ ਕੰਡਾ ਹੀ ਕੱਢਦਾ ਹੈ। ਜੇ ਸੂਈ ਨਾਲ ਵੀ ਕੱਢੀਏ ਤੇ ਕੰਡੇ ਦਾ ਹੀ ਸਰੂਪ ਹੁੰਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਸ਼ਬਦ ਹੀ ਇੰਨੇ ਇਕੱਠੇ ਕਰ ਲੈਨੇ, ਹੁਣ ਸਾਨੂੰ ਉਸ ਸ਼ਬਦ ਦਾ ਪਤਾ ਹੀ ਨਹੀਂ ਲੱਗਦਾ ਜੋ ਸਾਡਾ ਅਸਲੀ ਸਰੂਪ ਹੈ। ਉਹ ਇੱਕ ਉਹਦੇ ਥੱਲੇ ਕੱਜਿਆ ਗਿਆ।
ਸਾਨੂੰ ਆਪਣੇ ਅਸਲੀ ਆਪੇ ਦਾ ਸਮਝ ਨਹੀਂ ਰਹੀ। ਜੋ ਸਾਡੀ ਨਿੱਜੀ ਜ਼ਮੀਰ ਹੈ, ਜ਼ਮੀਰ ਜਿਸ ਨੂੰ ਕਹਿੰਦੇ ਨੇ, ਉਹ ਕਦੋਂ ਖਤਮ ਹੁੰਦੀ ਹੈ? ਜਦੋਂ ਬਾਹਰਲੇ ਵਿਚਾਰ ਸਾਡੇ ਉੱਤੇ ਭਾਰੂ ਹੋ ਜਾਣ। ਜਿਹੜੇ ਬਾਹਰਲੇ ਵਿਚਾਰ ਨੇ ਸੰਸਾਰ ਦੇ, ਪਰਿਵਾਰ ਦੇ, ਸੰਸਾਰ ਵਿੱਚੋਂ ਅਸੀਂ ਖਿੱਚ ਕੇ ਲਏ ਨੇ, ਉਹ ਇੰਨੇ ਜ਼ਿਆਦਾ ਹੋ ਗਏ ਨੇ ਕਿ ਅਸਲੀ ਸਰੂਪ ਸਾਡਾ ਵਿੱਚ ਗੁੰਮ ਹੋ ਗਿਆ, ਪਤਾ ਨਹੀਂ ਲੱਗਦਾ। ਉਹਦੇ ਵਾਸਤੇ ਗੁਰੂ ਬਾਬਾ ਜੀ ਨੇ ਇਹ ਉਪਰਾਲਾ ਕੀਤਾ ਕਿ ਇੱਕ ਐਸੇ ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ ਹੌਲੀ ਹੌਲੀ ਤਰਾਸ਼ ਕੇ, ਗੁਰਬਾਣੀ ਨਾਲ, ਜਿਵੇਂ ਸਾਧ ਸੰਗਤ ਜੀ ਸੋਨਾ ਗਵਾਚ ਜਾਏ ਕਿਤੇ, ਕਿਸੇ ਢੇਰ ਦੇ ਵਿੱਚ, ਕੱਖਾਂ ਦੇ ਵਿੱਚ ਸੋਨਾ ਗਵਾਚ ਗਿਆ, ਕਿਸੇ ਦਾ ਕੜਾ ਗਵਾਚ ਗਿਆ, ਉਹਨੇ ਬੜਾ ਲੱਭਿਆ, ਮਿਲਿਆ ਨਹੀਂ, ਬਹੁਤ ਵੱਡਾ ਢੇਰ ਸੀ, ਕੋਲੋਂ ਕੋਈ ਬਖਸ਼ਿਆ ਹੋਇਆ ਲੰਘਿਆ, ਉਹਨੇ ਕਿਹਾ ਸੱਜਣਾ ਬੜੀ ਮਿਹਨਤ ਕਰ ਰਿਹਾ, ਪਸੀਨਿਓਂ ਪਸੀਨੀ ਹੋਇਆ, ਕੀ ਲੱਭਣਾ? ਕਹਿੰਦੇ ਜੀ ਮੇਰਾ ਸੋਨੇ ਦਾ ਕੜਾ ਇਹਦੇ ਵਿੱਚ ਗਵਾਚ ਗਿਆ ਹੈ, ਮੈਂ ਕਈ ਦਿਨਾਂ ਤੋਂ ਇੱਕ ਇੱਕ ਕੱਖ ਫੋਲ ਮਾਰਿਆ, ਇਹਦੇ ਵਿੱਚੋਂ ਲੱਭਦਾ ਨਹੀਂ। ਉਹ ਕਹਿੰਦਾ ਭਲੇ ਲੋਕਾਂ, ਇੰਨੀ ਮਿਹਨਤ ਕਿਉਂ ਕਰਨਾ? ਕਿਉਂਕਿ ਅਸੀਂ ਸਾਰੇ ਕੰਮਾਂ ਲਈ ਉਸਤਾਦ ਦੀ ਲੋੜ ਸਮਝਦੇ ਹਾਂ, ਪਰ ਰੱਬ ਵਾਸਤੇ ਮੇਰੇ ਖਿਆਲ ਵਿੱਚ ਬੜੇ ਘੱਟ ਲੋਕ ਨੇ ਜਿਹੜੇ ਕਹਿੰਦੇ ਉਸਤਾਦ ਦੀ ਲੋੜ ਹੈ। ਉੱਤੋਂ ਸਾਡੇ ਗਿਆਨਵਾਨ ਤੇ ਤਰਕਵਾਦ ਨੇ ਸਾਡੇ ਦਿਮਾਗ ਵਿੱਚ ਭਰ ਦਿੱਤਾ ਕਿ ਇਹ ਤਾਂ ਤੁਸੀਂ ਆਪ ਹੀ ਕਰ ਸਕਦੇ ਹੋ, ਵੀ ਆਪੇ ਹੀ ਕਰ ਲੋਗੇ, ਇਹਦੇ 'ਚ ਕਿਹੜੀ ਹਾਲ, ਮੈਂ ਸਿੱਧਾ ਹੀ ਕਰ ਸਕਣਾ। ਬੜੇ ਹਿੱਕ ਦੇ ਜ਼ੋਰ ਨਾਲ ਕਹਿੰਦੇ ਨੇ ਮੈਂ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਾਂ, ਵਿੱਚੋਂ ਮੈਨੂੰ ਲੋੜ ਕੀ ਹੈ? ਉਹ ਬਾਈ ਪਹਿਲਾਂ ਵੇਖ ਤੇ ਲੈ, ਤੂੰ ਗੁਰੂ ਗ੍ਰੰਥ ਸਾਹਿਬ ਦੇ ਹਾਣ ਦਾ ਵੀ ਹੋਇਆ ਕਿ ਨਹੀਂ? ਤੂੰ ਇਹ ਤਾਂ ਕਹਿੰਦਾ ਵੀ ਸ਼ਬਦ ਮੇਰਾ ਗੁਰੂ ਹੈ, ਪਰ ਜੋੜਨ ਵਾਸਤੇ ਸੁਰਤ ਵੀ ਤੇਰੇ ਕੋਲ ਆਈ ਹੈ ਕਿ ਨਹੀਂ? ਸੁਰਤ ਤਾਂ ਹੈ ਨਹੀਂ, ਦਿਮਾਗ ਨਾਲ ਕਹਿੰਦਾ ਮੈਂ ਗੁਰੂ ਨੂੰ ਸਮਝ ਲਾਂਗਾ। ਦਿਮਾਗ ਨਾਲ ਗੁਰੂ ਨੂੰ ਥੋੜ੍ਹੀ ਸਮਝਿਆ ਜਾਂਦਾ ਹੈ, ਦਿਮਾਗ ਤਾਂ ਗੁਰੂ ਕੱਟਦਾ ਹੈ ਪਹਿਲਾਂ। ਸਿਰ ਲੈਣ ਦਾ ਮਤਲਬ ਇਹੀ ਹੁੰਦਾ। ਇਹ ਮਾਧਿਅਮ ਸੀ ਵਿੱਚ ਸੰਗਤ ਜਿਹੜੀ ਸੀ, ਸਤ ਸੰਗ ਸੀ, ਜਿਹੜਾ ਸਤਪੁਰਸ਼ਾਂ ਦਾ ਸੰਗ ਸੀ, ਉਹ ਮਾਧਿਅਮ ਸੀ। ਪਰਮਾਰਥ ਇਹਦੇ ਤੋਂ ਬਿਨਾਂ ਤੈਅ ਨਹੀਂ ਹੁੰਦਾ। ਠੀਕ ਹੈ, ਆਮ ਧਰਮੀ ਇਖਲਾਕੀ ਜੀਵਨ ਜੀਵਿਆ ਜਾ ਸਕਦਾ, ਉਹ ਇੱਕ ਅਲੱਗ ਤੋਂ ਗੱਲ ਹੈ, ਪਰ ਧਰਮ ਦੀਆਂ ਬੁਲੰਦੀਆਂ ਵਾਸਤੇ ਸੰਗਤ ਤੋਂ ਬਿਨਾਂ ਅੱਗੇ ਵਿਕਾਸ ਨਹੀਂ ਹੋ ਸਕਦਾ। ਇੱਥੇ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ, ਪਰਾਲੀ ਨੂੰ ਕਿੰਨੇ ਚਿਰ ਦਾ ਫੋਲ ਰਿਹਾ ਸੀ, ਭਾਵੇਂ ਕਈ ਯੁੱਗ ਫੁੱਲੀ ਜਾਏ, ਕੜਾ ਕਿੱਥੋਂ ਲੱਭਣਾ? ਕੜਾ ਵਿੱਚ ਘੁਸ ਗਿਆ। ਇਹ ਸਾਡੇ ਜੀਵਨ ਦੀ ਹਾਲਤ ਹੈ। ਸਾਡੇ ਅੰਦਰਲਾ ਵੀ ਜਿਹੜਾ ਕੜਾ ਹੈ ਨਾ, ਨਾਮ ਦਾ, ਸ਼ਬਦ ਦਾ, ਅੰਦਰ ਗਵਾਚ ਗਿਆ ਸਾਡੇ ਵਿਚਾਰਾਂ ਦੀ ਪਰਾਲੀ ਦੇ ਵਿੱਚ। ਤੇ ਵਿਚਾਰ ਇੰਨੇ ਪਰਾਲੀ ਦੇ ਢੇਰ ਲੱਗੇ ਹੋਏ ਨੇ। ਉਹ ਜਿਹੜਾ ਪਰਾਲੀ ਨੂੰ ਫੋਲ ਰਿਹਾ ਸੀ, ਉਹਨੂੰ ਕਿਹਾ ਭਾਈ ਇਸ ਤਰ੍ਹਾਂ ਨਹੀਂ ਲੱਭਣਾ, ਤਰੀਕਾ ਲੱਭ। ਤਰੀਕਾ ਬੜੀ ਵੱਡੀ ਚੀਜ਼ ਹੁੰਦੀ ਹੈ। ਭਾਵੇਂ ਕਿ ਰੱਬ ਬਾਰੇ ਇਹ ਵੀ ਕਿਹਾ ਹੋਇਆ ਕਿ ਜਗ ਜੀਵਨ ਜੁਗਤ ਨਾ ਮਿਲੈ ਕਾਏ, ਤੇਰੇ ਦਾਸਨ ਦਾਸਾਂ ਰਬੋਂ ਭਾਏ। ਇਹ ਜੁਗਤ ਹੈ ਦਾਸਾਂ ਦੇ ਦਾਸ ਹੋਣਾ। ਕਹਿੰਦੇ ਫੋਲਣ ਦੀ ਲੋੜ ਨਹੀਂ, ਇਹਨੂੰ ਅੱਗ ਲਾ ਦੇ ਪਰਾਲੀ ਨੂੰ। ਪਰਾਲੀ ਨੂੰ ਜਦੋਂ ਅੱਗ ਲਾਈ, ਪਰਾਲੀ ਦਾ ਢੇਰ ਸੜ ਕੇ ਸੁਆਹ ਹੋ ਗਿਆ। ਸੋਨੇ ਨੂੰ ਤੇ ਅੱਗ ਲੱਗਦੀ ਨਹੀਂ, ਸੋਨਾ ਬਚ ਗਿਆ। ਉਹ ਕਹਿੰਦੇ ਮੈਂ ਬੜੇ ਚਿਰ ਦਾ ਇਸ ਤਰ੍ਹਾਂ ਕਰ ਰਿਹਾ ਸੀ। ਗੁਰੂ ਸਾਹਿਬ ਨੇ ਰਾਗਾਂ ਦੇ ਵਿੱਚ ਬਾਣੀ ਜਿਹੜੀ ਉਚਾਰੀ ਹੈ, ਉਹ ਇਹ ਜੇ ਉਹਨੂੰ ਅਖਤਿਆਰ ਕੀਤਾ ਜਾਏ ਦੋਵਾਂ ਰੂਪਾਂ ਦੇ ਵਿੱਚ। ਮੈਂ ਗੱਲ ਸ਼ੁਰੂ ਕੀਤੀ, ਥੋੜਾ ਟਾਈਮ ਲਾਉਣਾ ਕਿਉਂਕਿ ਸੀਮਤ ਸਮਾਂ ਹੈ, ਸਮਾਪਤੀ ਕਰਨੀ ਸਮੇਂ ਦੇ ਮੁਤਾਬਕ। ਜਦੋਂ ਇਸ ਜੀਵਨ ਦੇ ਵਿੱਚ ਸਾਡੇ ਵਿਚਾਰਾਂ ਨੂੰ, ਉਹ ਇੱਕ ਵਿਚਾਰ, ਸਿੱਖੀ ਸਿੱਖਿਆ ਗੁਰ ਵਿਚਾਰ, ਉਹਦੀ ਅਗਨੀ ਜਦੋਂ ਲੱਗਦੀ ਹੈ ਤਾਂ ਸਾਡੇ ਵਿਚਾਰਾਂ ਨੂੰ ਸਾੜਦਾ ਹੈ। ਇੱਥੋਂ ਸੰਸਾਰੀ ਭੱਜ ਜਾਂਦਾ। ਉਹ ਕਹਿੰਦਾ ਮੈਂ ਆਪਣੇ ਵਿਚਾਰ ਛੱਡਣੇ ਨਹੀਂ। ਗੁਰੂ ਕਹਿੰਦਾ ਮੇਰੇ ਨਾਲ ਤੇਰੀ ਬਣਨੀ ਨਹੀਂ। ਬਸ ਇੱਥੇ ਹੀ ਸਾਡੀ ਦੂਰੀ ਬਣੀ ਰਹਿੰਦੀ ਹੈ। ਇਹ ਵਿਚਾਰ ਦਾ ਵਿਸ਼ਾ ਹੈ। ਤੇ ਇੱਕ ਦਿੱਤੀ ਮਹਾਰਾਜ ਨੇ ਵਿਚਾਰ, ਤੇ ਦੂਜਾ ਦਿੱਤਾ ਨਾਦ। ਇਹਨੂੰ ਅਸੀਂ ਅੱਜ ਭੁੱਲ ਗਏ ਹਾਂ। ਨਾਦ ਦੀ ਕੋਈ ਟਰਾਂਸਲੇਸ਼ਨ ਨਹੀਂ ਹੁੰਦੀ। ਨਾਦ ਦੀ ਆਹ ਟਰਾਂਸਲੇਸ਼ਨ ਹੈ ਜਿਹੜਾ ਸਾਰੇ ਗਾਮਾ ਪਾਏ ਉਸਤਾਦ ਬੈਠੇ ਨੇ ਜਾਣਦੇ ਨੇ, ਇਹ ਹੈ। ਪਰ ਰਾਗ ਦਾ ਕੋਈ ਅਰਥ ਨਹੀਂ। ਇੱਕ
ਜਿਹੜਾ ਗੁਰਮੰਤਰ ਹੈ, ਗੁਰਮੰਤਰ ਦਾ ਵੀ ਕੋਈ ਅਰਥ ਨਹੀਂ ਹੁੰਦਾ। ਮੰਤਰ ਕਹਿੰਦੇ ਉਸ ਨੂੰ ਨੇ ਜਿਹਦਾ ਅਰਥ ਨਾ ਹੋਵੇ, ਜੋ ਸਿਰਫ ਜਿਹਦਾ ਸਰੂਪ ਹੋਵੇ। ਉਹ ਡਾਈ ਦੀ ਤਰ੍ਹਾਂ ਹੈ, ਉਹ ਇੱਕ ਟਕਸਾਲ ਦੀ ਤਰ੍ਹਾਂ, ਇੱਕ ਫੈਕਟਰੀ ਦੀ ਤਰ੍ਹਾਂ, ਜੋ ਮਨੁੱਖ ਦੀ ਸੁਰਤੀ ਦੇ ਖਿਲਾਫ ਖਿਲਾਰ ਨੂੰ, ਖਿਲਰੇ ਹੋਏ ਰੂਪ ਨੂੰ ਸਮੇਟ ਕੇ ਇੱਕ ਨਵਾਂ ਰੂਪ ਦੇ ਦਿੰਦਾ ਹੈ। ਉਹਦਾ ਕੋਈ ਅਰਥ ਨਹੀਂ ਹੁੰਦਾ। ਇਹ ਦੋ ਪੱਖਾਂ ਵਿੱਚ ਸਾਨੂੰ ਗੁਰਬਾਣੀ ਦੇ ਅਰਥਾਂ ਦੀ ਲੋੜ ਹੈ। ਨਾਦ ਪੁਰਾਣੇ ਸਮੇਂ ਦੇ ਵਿੱਚ ਵੀ ਹੈ ਸੀ ਕਈ ਗ੍ਰੰਥਾਂ ਦੇ ਵਿੱਚ। ਇਸ ਲਈ ਗੁਰਮੁਖ ਨਾਦੰ, ਪਰਮਾਤਮਾ ਪਹਿਲਾਂ ਨਾਦ ਦੇ ਰਾਹੀਂ ਧਰਤੀ ਤੇ ਉਤਰਿਆ। ਨਾਦ ਦਾ ਇੱਕ ਸਰੂਪ ਆ, ਰਾਗ ਜਿਹੜਾ ਰਾਗ ਗਾਇਆ ਜਾਂਦਾ ਇਹਦਾ ਇੱਕ ਸਰੂਪ ਹੁੰਦਾ ਹੈ। ਰਾਗ ਦਾ ਸਰੂਪ ਹੈ, ਅਰਥ ਨਹੀਂ ਇਹਦਾ ਕੋਈ। ਤਾਂ ਇਹਦਾ ਇੱਕ ਸਰੂਪ ਰਾਗ ਦੇ ਵਿੱਚ ਗਾਉਣਾ, ਜੇ ਸਹੀ ਢੰਗ ਦੇ ਨਾਲ ਰਾਗ ਨੂੰ ਗਾਇਆ ਤੇ ਸੁਣਿਆ ਜਾਏ ਤੇ ਉਹ ਅੰਦਰਲੇ ਰਾਗ ਨੂੰ ਉਹ ਸਲਫ ਦੇ ਦਿੰਦਾ, ਉਹਨੂੰ ਜਗਾ ਦਿੰਦਾ। ਜੋ ਰਾਗ ਅੰਦਰ ਸੌਂ ਗਿਆ, ਸੰਗਤ ਮਿਲਦੀ ਉਸ ਨੂੰ ਬਾਹਰੋਂ। ਇਸ ਲਈ ਰਾਗ ਨੇ ਬੜੇ ਲੋਕਾਂ ਦੇ ਜੀਵਨ ਨੂੰ ਸਿੱਖਿਆ ਤੋਂ ਬਿਨਾਂ ਵੀ ਜਗਾਇਆ, ਡਾਇਰੈਕਟ। ਯਾਦ ਰੱਖੋ, ਜਿੱਥੇ ਜਾ ਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਰਾਗ ਵਜਾਉਂਦੇ ਸਨ, ਉਹ ਲੋਕ ਪੜ੍ਹੇ ਹੋ ਨਹੀਂ ਸਨ, ਉਹ ਪੜ੍ਹੇ ਨਹੀਂ ਸਨ, ਜਾਣਕਾਰ ਨਹੀਂ ਸਨ, ਪਰ ਡਾਇਰੈਕਟ ਰਾਗ ਨੇ ਉਹਨਾਂ ਨੂੰ ਸਲਫ ਦੇ ਦਿੱਤਾ, ਜਗਾ ਦਿੱਤਾ, ਹੋਸ਼ ਵਿੱਚ ਲੈ ਆਏ। ਰਾਗ ਵਿੱਚ ਇੱਕ ਐਸੀ ਸ਼ਕਤੀ, ਹੁਣ ਜਿਹੜਾ ਬੀਨ ਵੱਜਦੀ ਏ ਤੇ ਸੱਪ ਦੀ ਬਸਤੀ ਜਿਹੜੀ ਉਹਦੇ ਉੱਤੇ, ਉਹ ਸੱਪ ਕਿਸੇ ਹੋਰ ਪਰਿਭਾਸ਼ਾ ਨੂੰ ਥੋੜ੍ਹੀ ਜਾਣਦਾ ਹੈ। ਉਹਦਾ ਰਾਗ ਦੇ ਸਰੂਪ ਤੇ ਮਸਤ ਹੋ ਕੇ ਉਹਦਾ ਸੁਭਾਅ ਚੇਂਜ ਹੋ ਜਾਂਦਾ, ਬਦਲ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਕਿੰਨਾ ਕੁ ਖੋਜ ਕਰਨੇ ਆ, ਜਾਂ ਅਸੀਂ ਕਿਸ ਹੱਦ ਤੱਕ ਹਰ ਇੱਕ ਚੀਜ਼ ਨੂੰ ਆਪਣੀ ਬੁੱਧੀ ਦੇ ਮੁਤਾਬਕ ਮਿਲ ਲੈਂਦੇ ਆ। ਇਹ ਇੱਥੋਂ ਤੱਕ ਸੀਮਤ ਨਹੀਂ ਹੁੰਦੀਆਂ ਗੱਲਾਂ ਜਿੱਥੋਂ ਤੱਕ ਸਾਡੀ ਬੁੱਧੀ ਸੀਮਤ ਕਰਦੀ ਏ। ਸੋ ਦੂਜਾ ਰੂਪ ਜਿਹੜਾ ਸਾਧ ਸੰਗਤ ਜੀ, ਨਾਦ ਦਾ ਰੂਪ ਤੇ ਇੱਕ ਰੂਪ ਸਿੱਖਿਆ ਦਾ, ਜਦੋਂ ਦੋਵਾਂ ਦਾ ਸੰਯੋਗ ਹੁੰਦਾ ਹੈ ਤਾਂ ਗੁਰੂ ਸਾਹਿਬ ਨੇ ਇਹ ਬੜਾ ਵੱਡਾ ਹਥਿਆਰ ਮੰਨਿਆ। ਵਾਰਾਂ ਦਿੱਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ ਸਾਰੀ ਤਰ੍ਹਾਂ ਦੀਆਂ ਵਾਰਾਂ ਨੇ, ਸਾਰੀ ਤਰ੍ਹਾਂ ਦੇ ਸਾਜ਼ ਨੇ। ਸਾਡੇ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਨੂੰ ਜਗਾਉਣ ਵਾਲੇ ਅਲੱਗ-ਅਲੱਗ ਰਬਾਬ ਆਪਣੇ ਥਾਂ ਤੇ ਜਗਾਉਂਦੀ ਹੈ। ਬੰਦੇ ਦੇ ਗਿਆਨ ਵਿਵੇਕ ਨੂੰ ਜਗਾਉਂਦੀ, ਉਹਦਾ ਸੰਬੰਧ ਵਿਵੇਕ ਦੇ ਨਾਲ। ਸਰੰਗੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤੀ। ਸਰੰਗੀ ਸਾਡੀ ਇੱਕ ਅੰਦਰ ਸਾਡੇ ਹੁੰਦੀ ਹੈ, ਉਹਨੂੰ ਸ਼ਬਦ ਕਹਿੰਦੇ ਜ਼ਮੀਰ ਕਹਿ ਲੈਂਦੇ, ਜੋਸ਼ ਕਹਿ ਲੈਂਦੇ ਨੇ। ਉਹ ਜ਼ਮੀਰ ਨੂੰ ਜਗਾਉਂਦੀ ਹੈ। ਜਦੋਂ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੁਨੀਆਂ ਦੀ ਗੱਲ ਕੀਤੀ ਹੈ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਇਹ ਦੋ ਜਿਹੜੇ ਭਾਈ ਨੱਥਾ ਤੇ ਅਬਦੁੱਲਾ ਨੇ ਵਾਰ ਗਾਈ ਹੈ, ਉਹ ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਔਰ ਆਸਾ ਦੀ ਵਾਰ ਸਿੱਖ ਧਰਮ ਦੇ ਵਿੱਚ ਮੁੱਖ ਵਾਰ ਗਿਣੀ ਗਈ ਹੈ। ਉਹਦਾ ਕਾਰਨ ਹੈ ਵੀ ਸਿੱਖ ਕਿਤੇ ਜ਼ਮੀਰ ਤੋਂ ਨਾ ਡਿੱਗ ਪਵੇ। ਇਹ ਜੇ ਸੁਣਦਾ ਹੈ ਤੇ ਆਸਾ ਦੀ ਵਾਰ ਦੇ ਵਿੱਚ ਬੜੀਆਂ ਚੀਜ਼ਾਂ ਮਿਕਸ ਕੀਤੀਆਂ ਹੋਈਆਂ ਨੇ, ਗਿਆਨ ਵੀ ਹੈ, ਪਰਮਾਤਮਾ ਨਾਲ ਸਾਂਝ ਵੀ ਹੈ, ਪਰ ਜਿਹੜੀਆਂ ਗਿਰਾਵਟਾਂ ਨੇ, ਮਾਨਵੀ ਗਿਰਾਵਟਾਂ, ਜਿਹੜੀਆਂ ਮਨੁੱਖੀ ਗਿਰਾਵਟਾਂ ਹੁੰਦੀਆਂ ਨੇ, ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ। ਵਾਰਾਂ ਦੇ ਵਿੱਚ ਦੋ ਤਰ੍ਹਾਂ ਦੇ ਉਹਨਾਂ ਧੜਿਆਂ ਦਾ ਆਪਸ ਵਿੱਚ ਟਕਰਾਅ ਵੀ ਦੱਸਿਆ ਗਿਆ ਕਿ ਜਿਹੜੇ ਇੱਕ ਆਪਣੇ ਇਖਲਾਕ ਤੋਂ ਡਿੱਗ ਪਏ ਸੀ, ਇੱਕ ਆਪਣੇ ਥਾਂ ਤੇ ਜ਼ਮੀਰ ਦੇ ਥਾਂ ਤੇ ਜਿਉਂਦੇ ਸੀ। ਦੋਵਾਂ ਦਾ ਟਕਰਾਅ ਸੁਭਾਵਿਕ ਹੋਇਆ, ਉਹਨਾਂ ਨੂੰ ਪ੍ਰਤੱਖ ਪ੍ਰਗਟ ਕੀਤਾ ਮਹਾਰਾਜ ਨੇ। ਇਸੇ ਤਰ੍ਹਾਂ ਰਾਗ ਨੇ, ਰਾਗਾਂ ਦੇ ਆਪਣੇ ਸਰੂਪ ਨੇ। ਉਹ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਲੁਕੀਆਂ ਬੈਠੀਆਂ ਨੇ, ਜਿਨ੍ਹਾਂ ਬਾਰੇ ਕਦੀ ਅਸੀਂ ਸੋਚਦੇ ਨਹੀਂ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਸਾਡੇ ਵਿੱਚ ਵਿਚਾਰਾਂ ਹੀ ਇੰਨੀਆਂ ਬਾਹਰੋਂ ਅਸੀਂ ਇਕੱਠੀਆਂ ਕਰ ਲਈਆਂ ਕਿ ਅਸਲੀ ਵਿਚਾਰ ਵਿੱਚ ਖਤਮ ਹੀ ਹੋ ਗਿਆ, ਗੁੰਮ ਹੀ ਹੋ ਗਏ। ਤਾਂ ਜਦੋਂ ਗੁਰੂ ਦੀ ਕਿਰਪਾ ਹੁੰਦੀ ਏ, ਜਿਵੇਂ ਕੰਡੇ ਨੂੰ ਕੰਡਾ ਕੱਢਦਾ, ਇਸ ਤਰ੍ਹਾਂ ਸ਼ਬਦਾਂ ਨੂੰ ਸ਼ਬਦ, ਵਿਚਾਰਾਂ ਨੂੰ ਵਿਚਾਰ ਹੀ ਕੱਟਦੇ ਨੇ। ਤੇ ਜਦੋਂ ਬਾਕੀ ਸਾਰੇ ਵਿਚਾਰ ਖਤਮ ਹੋ ਜਾਣ, ਉਦੋਂ ਇੱਕ ਵਿਚਾਰ ਦੇ ਉੱਤੇ ਮਨ ਖੜਾ ਹੋ ਜਾਂਦਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਇੱਕ ਵਿਚਾਰ ਹੈ। ਸਮਾਪਤੀ ਦੇ ਨੇੜੇ ਆਵਾਂ। ਗੁਰਬਾਣੀ ਵਿੱਚ ਬਹੁਤੇ ਵਿਚਾਰਾਂ ਦੀ ਗੱਲ ਨਹੀਂ ਕੀਤੀ, ਇੱਕ ਸ਼ਬਦ ਦੀ ਗੱਲ ਕੀਤੀ ਬਹੁਤੇ ਥਾਵਾਂ ਤੇ। ਬਾਣੀ ਪੜ੍ਹ ਕੇ ਵੇਖ ਲਓ, ਕਿਤੇ ਕਿਤੇ ਹੋਏਗਾ ਜ਼ਿਆਦਾ ਸ਼ਬਦਾਂ ਦੀ, ਵਿਚਾਰਾਂ ਦੀ। ਉਹ ਸੰਸਾਰ ਦੇ ਸੰਬੰਧ ਵਿੱਚ ਸ਼ਬਦ ਹੋਣਗੇ।
ਜਦੋਂ ਪਰਮਾਤਮਾ ਦੇ ਸੰਬੰਧ ਵਿੱਚ ਸ਼ਬਦ ਨੇ, ਉਦੋਂ ਇਹ ਸ਼ਬਦ ਇੱਕ ਵਚਨ ਵਿੱਚ ਆਏਗਾ ਬਹੁਤੀ ਵਾਰੀ ਬਾਣੀ ਦੇ ਵਿੱਚ। ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾ। ਜਾਂ ਗੁਰ ਕਾ ਸ਼ਬਦ ਰਤਨ ਹੈ, ਇੱਕ ਵਚਨ ਹੈ। ਕਿਉਂਕਿ ਵਿਚਾਰ ਹੈ ਹੀ ਇੱਕ ਵਿਚਾਰ ਦਾ ਮਤਲਬ ਹੈ ਮਤ ਦਾ ਦ੍ਰਿੜ ਹੋ ਜਾਣਾ, ਪੱਕਾ ਹੋ ਜਾਣਾ, ਇੱਕ ਥਾਂ ਤੇ ਖਲੋ ਜਾਣਾ। ਅਸੀਂ ਤੇ ਕਹਿੰਦੇ ਹਾਂ ਸਿੱਖੀ ਉਹ ਹੈ ਜਿਹੜੀ ਸਾਰੀ ਉਮਰ ਸਿੱਖਦੀ ਰਹਿੰਦੀ, ਕਿਸੇ ਪੱਖ ਵਿੱਚ ਹੋਵੇਗੀ। ਪਰ ਸਿੱਖੀ ਦਾ ਮਤਲਬ ਹੈ ਉਹਨੂੰ ਜੋ ਗੁਰੂ ਨੇ ਸਿਖਾ ਦਿੱਤਾ ਹੈ, ਹੁਣ ਉੱਥੇ ਜ਼ਿੰਦਗੀ ਲਾ ਦਿੱਤੀ ਹੈ, ਪਰਤ ਕੇ ਹੋਰ ਕਿਸੇ ਦੀ ਸਿੱਖਿਆ ਦੀ ਉਹ ਕੋਈ ਉਹਦੇ ਉੱਤੇ ਅਸਰ ਨਹੀਂ ਕਰਦੀ। ਹੋਰ ਕਿਸੇ ਦੀ ਸਿੱਖਿਆ, ਇੱਕੋ ਹੀ ਸਿੱਖਿਆ ਅੰਦਰ ਇੰਨੀ ਪੱਕੀ ਟਿਕ ਗਈ। ਸੋ ਸਾਧ ਸੰਗਤ ਜੀ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਉਦਾਸੀਆਂ ਕੀਤੀਆਂ ਨੇ, ਮਨੁੱਖੀ ਹੱਕਾਂ ਦੀ ਗੱਲ ਕੀਤੀ ਹੈ। ਔਰ ਇੱਕ ਬੜਾ ਸੌਖਾ ਤਰੀਕਾ ਇਸ ਖਿਲਰੇ ਹੋਏ ਮਨ ਨੂੰ, ਜਿਹੜਾ ਅੱਜ ਦੇ ਸਮੇਂ ਵਿੱਚ ਸਾਡੇ ਜੀਵਨ ਵਿੱਚ ਬਹੁਤਾ ਛਾਇਆ ਹੈ, ਉਹ ਇੱਕ ਥਾਂ ਤੇ ਟਿਕਾ ਬਖਸ਼ਿਸ਼ ਕਰਦਾ ਰਾਗ, ਜਿਹੜਾ ਜੇ ਸਾਡੇ ਅੰਦਰ ਉਹਦੀ ਸੁਰਤੀ ਜਿਹੜੀ ਜਾਗ ਪਏ। ਸੋ ਅਖੀਰ ਤੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਅੱਜ ਜੋ ਪੰਜਾਬ ਦੇ ਸਾਡੇ ਸਾਰੇ ਦੇਸ਼ ਦਾ ਸਾਡਾ ਜਿਹੜਾ ਕਿਸਾਨ ਹੈ, ਤਕਰੀਬਨ ਕੋਈ ਨਾ ਕੋਈ ਮਨੁੱਖ ਆਪੋ ਆਪਣੇ ਤਰੀਕੇ ਨਾਲ ਕਿਸਾਨੀ ਨਾਲ ਜੁੜਿਆ ਹੋਇਆ, ਭਾਵੇਂ ਕਿਸੇ ਕਿੱਤੇ ਵਿੱਚ ਕੰਮ ਕਰਦਾ। ਸਾਰਿਆਂ ਨੂੰ ਸਾਨੂੰ ਚਾਹੀਦੀ ਅਰਦਾਸ ਕਰਨੀ ਕਿ ਉਹ ਜਿਹੜੇ ਕਾਰਜ ਵਾਸਤੇ ਗਏ ਨੇ ਉਹ ਪੀਸਫੁਲ, ਚੰਗੀ ਤਰ੍ਹਾਂ, ਸਹੀ ਤਰੀਕੇ ਦੇ ਨਾਲ ਕਾਮਯਾਬੀ ਮਿਲੇ, ਔਰ ਲੋਕਾਂ ਦੇ ਜਿਹੜੇ ਹੱਕ ਨੇ, ਕਿਸਾਨਾਂ ਦੇ ਜਿਹੜੇ ਹੱਕ ਨੇ, ਉਹਨਾਂ ਨੂੰ ਪ੍ਰਾਪਤ ਹੋਣ। ਔਰ ਜਿਹੜੇ ਲੋਕ ਧੱਕਾਜੋਰੀ ਦੇ ਨਾਲ ਆਪਣੇ ਫੈਸਲੇ ਲੈਂਦੇ, ਉਹਨਾਂ ਨੂੰ ਨਸੀਹਤ ਆਏ। ਇਹ ਅਰਦਾਸ ਜ਼ਰੂਰ ਕਰਨੀ ਆਪ ਜੀ ਨੇ। ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਾਰਿਆਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।